बिस्मिल्लाहिर्रहमानिर्रहीम अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे व्लॉग दे विच मैं तुहानूं एक बहुत ही दुखिया किस्म दा वाकिया आ जिहड़ी आ तुसीं देखोगे तस्वीरां दो लगियां होईयां। एक उस लड़की दी आ ਜਿਹਦੀਆਂ ਲੱਤਾਂ ਤੋੜੀਆਂ ਗਈਆਂ। ਦੂਸਰੀ ਸਾਈਡ ਤੇ ਆ ਐਕਸਰੇ ਦੀ ਤਸਵੀਰ ਆ, ਉਹਦੇ ਵਿੱਚ ਸਾਫ਼ ਵਾਜ਼ਿਆ ਨਜ਼ਰ ਆ ਰਿਹਾ ਕਿ ਇਸ ਵਿਚਾਰੀ ਲੜਕੀ ਦੀਆਂ ਲੱਤਾਂ ਤੋੜੀਆਂ। ਤੇ ਇਸ ਲੜਕੀ ਦੀਆਂ ਲੱਤਾਂ ਕਿਉਂ ਤੋੜੀਆਂ, ਉਹਦੀ ਕੀ ਵਜ੍ਹਾ ਸੀ? ਆਇਆ ਉਹ ਗਲਤ ਸੀ ਲੜਕੀ, ਉਹਦੇ ਸ਼ੌਹਰ ਨੇ ਉਹਦੀਆਂ ਲੱਤਾਂ ਤੋੜੀਆਂ? ਤੇ ਇਹ ਕਦੋਂ ਦਾ ਵਾਕਿਆ, ਕਦੋਂ ਪੇਸ਼ ਆਇਆ, ਫਿਰ ਇਸ ਕੇਸ ਦਾ ਕੀ ਬਣਿਆ, ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਤੇ ਨਾਲ ਨਾਲ ਯਾਰ ਚੈਨਲ ਨੂੰ ਵੀ ਥੋੜਾ ਜਿਹਾ ਕੰਨ ਤੋੜ ਦਿਆ ਕਰੋ, ਤੁਹਾਡੀ ਬੜੀ ਮਿਹਰਬਾਨੀ ਹੈ। ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਨਾਲ ਸ਼ੇਅਰ ਵੀ ਕਰ ਦਿਆ ਕਰੋ। ਇਹ ਵਾਕਿਆ ਜਿਹੜਾ ਸ਼ੇਖੂਪੁਰਾ ਦੇ ਵਿੱਚ ਹਾਊਸਿੰਗ ਕਲੋਨੀ ਆ, ਉੱਥੇ ਥਾਣਾ ਆ, ਉਹਦੀ ਹਦੂਦ ਦੇ ਵਿੱਚ ਇਹ ਵਾਕਿਆ ਪੇਸ਼ ਆਇਆ। ਇੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਵਿੱਚ ਸੁਲੇਮਾਨ ਆ ਤੇ ਜਿਹਦੀ ਉਮਰ 29 ਸਾਲ ਆ, ਤੇ ਸ਼ਾਹਦਾ ਆ ਉਹਦੀ ਬੀਵੀ। ਸੁਲੇਮਾਨ ਔਰ ਸ਼ਾਹਦਾ ਨੂੰ ਅੱਲਾਹ ਤਾਲਾ ਨੇ 2 ਬੱਚੇ ਦਿੱਤੇ। ਸਭ ਤੋਂ ਬੜਾ ਬੇਟਾ ਸੀ ਜਿਹਦੀ ਉਮਰ 3 ਸਾਲ ਸੀ। ਉਸ ਤੋਂ ਬਾਅਦ ਇੱਕ ਬੇਟੀ ਹੋਈ ਜਿਹਦੀ ਉਮਰ ਹਜੇ ਸਿਰਫ 9 ਮਹੀਨੇ ਸੀ, ਹਜੇ ਉਹ ਦੁੱਧ ਪੀਂਦੀ ਸੀ। ਇਹਨਾਂ ਦੇ ਘਰ ਦੇ ਵਿੱਚ ਇੱਕ ਸੁਲੇਮਾਨ ਦਾ ਭਾਈ ਅਮਾਨੁੱਲਾ ਔਰ ਇੱਕ ਸੁਲੇਮਾਨ ਦੀ ਅੰਮੀ ਜਿਹਦਾ ਨਾਮ ਕੌਸਰ ਸੀ। ਇਹ ਫੈਮਿਲੀ ਇਸ ਘਰ ਦੇ ਵਿੱਚ ਰਹਿੰਦੀ ਸੀ। ਸੁਲੇਮਾਨ ਜਿਹੜਾ ਸੀ ਇਹ ਡਰਾਈਵਰੀ ਕਰਦਾ ਸੀ। 2 ਅਗਸਤ ਦਾ ਵਾਕਿਆ ਕਿ ਸ਼ਾਹਦਾ ਦਾ ਭਾਈ ਸ਼ਾਹਦਾ ਨੂੰ ਫੋਨ ਕਰਦਾ ਕਿ ਮੇਰੀ ਤਬੀਅਤ ਬੜੀ ਖਰਾਬ ਆ, ਮੈਂ ਬਿਮਾਰ ਆ ਤੇ ਮੈਨੂੰ ਆ ਕੇ ਤੇ ਮਿਲ ਜਾ, ਤੇ ਮੈਨੂੰ ਤੇਰੀ ਬੜੀ ਯਾਦ ਆਉਂਦੀ ਆ। ਤੇ ਸ਼ਾਹਦਾ ਕਹਿੰਦੀ ਆ ਅੱਗੋਂ ਕਿ ਮੈਂ ਕੱਲ ਆਪਣੇ ਸ਼ੌਹਰ ਦੇ ਨਾਲ ਗੱਲਬਾਤ ਕਰਕੇ ਤੇ ਉਹ ਜਾਣ ਲੱਗਾ ਮੈਨੂੰ ਛੱਡ ਜਾਏਗਾ ਤੇ ਮੈਂ ਤੁਹਾਨੂੰ ਮਿਲਣ ਆ ਜਾਵਾਂਗੀ ਤੇ ਨਾਲ ਅੰਮੀ ਨੂੰ ਵੀ ਮਿਲ ਲਾਂਗੀ। ਹੁਣ 3 ਅਗਸਤ ਨੂੰ ਜਿਸ ਵੇਲੇ ਉਹਦਾ ਹਾਮਦ ਸੁਲੇਮਾਨ ਜਿਹਦੀ ਉਮਰ 29 ਸਾਲ ਹੁੰਦੀ ਹੈ ਡਿਊਟੀ ਤੇ ਜਾਣ ਲੱਗਦਾ, ਸ਼ਾਹਦਾ ਉਹਦੀ ਬੀਵੀ ਹੁਣ ਕਹਿੰਦੀ ਆ ਕਿ ਤੂੰ ਡਿਊਟੀ ਤੇ ਜਾਣਾ, ਜਾਂਦਾ ਜਾਂਦਾ ਮੈਨੂੰ ਆਪਣੀ ਅੰਮੀ ਦੇ ਘਰ ਲਾ ਜਾ, ਉਹਨਾਂ ਦਾ ਫੋਨ ਆਇਆ ਸੀ, ਮੇਰੇ ਭਰਾ ਦੀ ਤਬੀਅਤ ਨਹੀਂ ਠੀਕ, ਮੈਂ ਉਹਨਾਂ ਨੂੰ ਮਿਲਣਾ ਜਾਂਦਾ ਚੱਲ ਤੂੰ ਮੈਨੂੰ ਉੱਥੇ ਲਾ ਦੇ। ਸੁਲੇਮਾਨ ਕਹਿੰਦਾ ਖਬਰਦਾਰ ਆਰਾਮ ਨਾਲ ਬੈਠ, ਤੂੰ ਹਰ ਟਾਈਮ ਇਹੀ ਕਹਿੰਦੀ ਰਹਿੰਦੀ ਅੰਮੀ ਦੀ ਤਬੀਅਤ ਖਰਾਬ ਆ, ਭਰਾ ਦੀ ਤਬੀਅਤ ਖਰਾਬ ਆ, ਮੈਂ ਉਹਨਾਂ ਨੂੰ ਮਿਲ ਜਾਣਾ, ਕੋਈ ਨਹੀਂ ਜਾਣਾ, ਆਰਾਮ ਨਾਲ ਬੈਠ ਕਰ। ਤੇ ਸੁਲੇਮਾਨ ਚੁੱਪ ਕਰਕੇ ਨਿਕਲ ਗਿਆ ਡਿਊਟੀ ਤੇ ਸ਼ਾਹਦਾ ਜਿਹੜੀ ਆ, ਔਰਤਾਂ ਦਾ ਵਿਚਾਰੀਆਂ ਦਾ ਕੀ ਆ, ਉਹਨਾਂ ਨੇ ਬਹਿ ਕੇ ਰੋਣਾ ਹੀ ਹੁੰਦਾ ਨਾ, ਤੇ ਸ਼ਾਹਦਾ ਜਿਹੜੀ ਆ ਬਹਿ ਕੇ ਰੋਣ ਲੱਗ ਪਈ। ਉਸ ਤੋਂ ਬਾਅਦ ਭਰਾ ਦਾ ਫੇਰ ਫੋਨ ਆਂਦਾ, ਭਰਾ ਪੁੱਛਦਾ ਕਿ ਤੂੰ ਆਣਾ ਸੀ ਤੇ ਆਈ ਨਹੀਂ ਹੈਗੀ। ਤੇ ਉਹਨੇ ਕਿਹਾ ਕਿ ਮੈਨੂੰ ਨਾ ਮੇਰੇ ਸ਼ੌਹਰ ਨੇ ਇਜਾਜ਼ਤ ਨਹੀਂ ਦਿੱਤੀ, ਮੇਰੇ ਘਰ ਵਾਲੇ ਨੇ, ਸੁਲੇਮਾਨ ਨੇ, ਤੇ ਮੈਂ ਇਸ ਵਜ੍ਹਾ ਨਾਲ ਨਹੀਂ ਆ ਸਕੀ। ਤੇ ਉਹ ਮੰਨਿਆ ਨਹੀਂ ਹੈਗਾ ਕਿ ਆਰਾਮ ਨਾਲ ਬੈਠ ਘਰ, ਮੈਂ ਤੈਨੂੰ ਨਹੀਂ ਛੱਡਣ ਜਾਣਾ। ਉਹ ਭਰਾ ਫੋਨ ਕਰਦਾ ਆਪਣੀ ਅੰਮੀ ਨੂੰ ਫੜਾਦਾ। ਉਹਦੀ ਅੰਮੀ ਜਿਹੜੀ ਆ ਉਹਦਾ ਨਾਮ ਹੁੰਦਾ ਸਰਈਆ। ਹੁਣ ਸਰਈਆ ਆਪਣੀ ਬੇਟੀ ਸ਼ਾਹਦਾ ਦੇ ਨਾਲ ਗੱਲ ਕਰਦੀ ਆ। ਉਹ ਕਹਿੰਦੀ ਆ ਬੇਟਾ ਤੂੰ ਆ ਜਾ, ਆ ਕੇ ਮਿਲ ਜਾ। ਉਹ ਕਹਿੰਦਾ, ਉਹ ਅੱਗੋਂ ਕਹਿੰਦੀ ਆ ਕਿ ਅੰਮੀ ਮੇਰਾ ਬੰਦਾ ਕਿਹੋ ਜਿਹਾ ਤੁਸੀਂ ਮੇਰੇ ਪੱਲੇ ਪਾਇਆ, ਮੈਨੂੰ ਆਉਣ ਤਾਂ ਦਿੰਦਾ ਨਹੀਂ, ਹੁਣ ਮੈਂ ਕੀ ਕਰਾਂ। ਉਹਦੀ ਅੰਮੀ ਕਹਿੰਦੀ ਆ ਸਰਈਆ, ਉਹ ਕਹਿੰਦੀ ਆ ਕਿ ਤੂੰ ਇਸ ਤਰ੍ਹਾਂ ਕਰ, ਕੱਲ ਨੂੰ ਨਾ ਮੈਂ ਤੇਰੇ ਭਰਾ ਨੂੰ ਭੇਜਾਂਗੀ, ਤੇਰਾ ਭਰਾ ਆ ਕੇ ਤੈਨੂੰ ਦੁਪਹਿਰ ਦੇ ਟਾਈਮ ਲੈ ਜਾਏਗਾ ਜਦੋਂ ਸੁਲੇਮਾਨ ਡਿਊਟੀ ਤੇ ਗਿਆ ਹੋਏਗਾ, ਤੇ ਤੂੰ ਉਹਦੇ ਨਾਲ ਆ ਜੀ। ਉਸ ਤੋਂ ਬਾਅਦ ਜਦੋਂ ਸੁਲੇਮਾਨ ਘਰ ਆਏਗਾ ਸ਼ਾਮ ਨੂੰ, ਆ ਕੇ ਵੇਖੇਗਾ ਵੀ ਤੂੰ ਚਲੇ ਗਈ ਆ, ਉਹ ਆਪੇ ਆਏਗਾ ਨਾ ਮੇਰੇ ਕੋਲ। ਜਦੋਂ ਆਏਗਾ ਇੱਥੇ ਤੇ ਮੈਂ ਉਹਨੂੰ ਸਮਝਾ ਲਾਂਗੀ, ਕੋਈ ਗੱਲ ਨਹੀਂ ਬੇਟਾ ਤੂੰ ਪਰੇਸ਼ਾਨ ਨਾ ਹੋ, ਤੂੰ ਆਪਣੇ ਭਰਾ ਦੇ ਨਾਲ ਆ ਜੀ, ਮੈਂ ਕੱਲ ਉਹਨੂੰ ਭੇਜਾਂਗੀ ਤੇ ਭਰਾ ਤੈਨੂੰ ਲੈ ਜਾਏਗਾ। ਹੁਣ 4 ਅਗਸਤ ਨੂੰ ਇਹਦਾ ਭਰਾ ਜਿਹੜਾ ਨਾ ਜਾਂਦਾ ਆਪਣੀ ਭੈਣ ਨੂੰ ਲੈਣ ਵਾਸਤੇ। ਇਹਦੀ ਮਾਂ ਜਿਹੜੀ ਆ ਸਰਈਆ ਭੇਜ ਦਿੰਦੀ ਆ। ਤੇ ਜਿਸ ਵੇਲੇ ਇਹ ਆਪਣੀ ਭੈਣ ਦੇ ਘਰ ਸ਼ਾਹਦਾ ਨੂੰ ਲੈਣ ਵਾਸਤੇ ਉਹਦਾ ਭਰਾ ਆਂਦਾ, ਤੇ ਅੱਗੋਂ ਜਿਹੜੀ ਆ ਸੱਸ ਬੈਠੀ ਹੁੰਦੀ ਆ ਜਿਹਦਾ ਨਾਮ ਹੁੰਦਾ ਕੌਸਰ। ਤੇ ਕੌਸਰ ਵੇਖਦੀ ਆ ਕਿ ਇਹਦਾ ਭਰਾ ਲੈਣ ਆਇਆ, ਤੇ ਉਹ ਫਟਾਫਟ ਤਿਆਰੀ ਕਰਦੀ ਆ, ਕੱਪੜੇ ਪਾਉਂਦੀ ਆ, ਬੈਗ ਦੇ ਵਿੱਚ ਬੱਚਿਆਂ ਨੂੰ ਚੁੱਕਦੀ ਜਾਣ ਦੀ। ਜਿਸ ਵੇਲੇ ਤਿਆਰੀ ਕਰਦੀ ਆ
ਉਧਰੋਂ ਜਿਹੜੀ ਸੱਸ ਆ ਨਾ ਸ਼ਾਹਦਾ ਦੀ, ਉਹਦਾ ਨਾਮ ਜਿਹਦਾ ਕੌਸਰ ਆ, ਉਹ ਆਪਣੇ ਬੇਟੇ ਨੂੰ ਸੁਲੇਮਾਨ ਨੂੰ ਫੋਨ ਕਰ ਦਿੰਦੀ ਆ ਕਿ ਤੇਰੀ ਬੇਗਮ ਜਿਹੜੀ ਆ ਨਾ, ਉਹਦਾ ਭਰਾ ਲੈਣ ਆਇਆ ਤੇ ਤੇਰੀ ਇਜਾਜ਼ਤ ਤੋਂ ਬਗੈਰ ਚੱਲੀ ਆ, ਤੇ ਤੂੰ ਉਹਨੂੰ ਇਜਾਜ਼ਤ ਦਿੱਤੀ ਹੈ ਜਾਂ ਨਹੀਂ। ਯਾਨੀ ਉਹਨੇ ਜਿਵੇਂ ਸੱਸਾਂ ਤੀਲੀ ਲਾਣੀਆਂ, ਉਹਨੇ ਆਪਣੇ ਬੇਟੇ ਨੂੰ ਇਹ ਗੱਲਾਂ ਕਰਕੇ ਦੱਸੀਆਂ ਤੇ ਸੱਸ ਦੇ ਖਿਲਾਫ ਤੀਲੀ ਲਾਈ। ਤੇ ਬੇਟਾ ਜਿਹੜਾ ਸੁਲੇਮਾਨ, ਉਹ ਫੌਰਨ ਕਹਿੰਦਾ ਮਾਂ ਮੈਂ ਹੁਣੇ ਆਉਣਾ। ਉਹ ਛੁੱਟੀ ਲੈ ਕੇ ਤੇ ਮੋਟਰਸਾਈਕਲ ਨੇ ਫੜੀ ਘਰ ਪਹੁੰਚ ਗਿਆ। ਹਜੇ ਇਹ ਨਿਕਲ ਲੱਗੇ ਸੀ ਘਰੋਂ ਤੇ ਉਹ ਤੋਂ ਪਹੁੰਚ ਗਿਆ। ਉੱਥੇ ਜਾ ਕੇ ਸੁਲੇਮਾਨ ਕਹਿੰਦਾ ਕਿ ਤੂੰ ਕਿੱਧਰ ਚੱਲੀ ਆ? ਉਹ ਕਹਿੰਦੀ ਮੈਂ ਆਪਣੇ ਮਾਂ ਦੇ ਘਰ ਚੱਲੀ ਆ, ਮੇਰਾ ਭਰਾ ਲੈਣ ਆਇਆ ਤੇ ਮਾਂ ਦੀ ਤਬੀਅਤ ਠੀਕ ਨਹੀਂ ਹੈਗੀ। ਉਹ ਕਹਿੰਦਾ ਕੋਈ ਨਹੀਂ ਜਾਣਾ, ਆਰਾਮ ਨਾਲ ਬੈਠ। ਤੇ ਉਹਨੇ ਬੈਗ ਸ਼ੈਗ ਫੜਿਆ, ਕੱਪੜੇ ਕੁਪੜੇ ਬੱਚੇ ਫੜੇ ਤੇ ਉਹਨੇ ਕਿਹਾ ਕੋਈ ਨਹੀਂ ਜਾਣਾ, ਉਹਨੂੰ ਬਿਠਾ ਦਿੱਤਾ। ਉਹਦਾ ਭਰਾ ਜਿਹੜਾ ਸੀ ਸ਼ਾਹਦਾ ਦਾ, ਜਿਹੜਾ ਉਹਨੂੰ ਲੈਣ ਆਇਆ ਸੀ, ਉਹ ਕਹਿੰਦਾ ਕਿ ਭਾਈ ਇਸ ਤਰ੍ਹਾਂ ਨਾ ਕਰੋ, ਤੁਸੀਂ ਅੰਮੀ ਨੇ ਮੈਨੂੰ ਭੇਜਿਆ ਤੇ ਮੈਂ ਇਹਨੂੰ ਲੈ ਕੇ ਜਾਣਾ, ਤੇ ਕੋਈ ਨਹੀਂ ਕੱਲ ਪਰਸੋਂ ਅਸੀਂ ਛੋੜ ਜਾਾਂਗੇ। ਉਹ ਜਿਹੜਾ ਬਹਿਨੋਈ ਸੀ ਨਾ, ਉਹ ਸਾਲੇ ਦੇ ਨਾਲ ਬੋਲਣ ਲੱਗ ਪਿਆ ਉੱਚੀ ਉੱਚੀ। ਤੇ ਉਹ ਜਿਹੜਾ ਸਾਲਾ ਸੀ ਉਹ ਵੀ ਕਹਿਣ ਲੱਗਾ ਕਿ ਮੈਂ ਨਾ ਭਾਈ ਆਪਣੀ ਭੈਣ ਨੂੰ ਲੈ ਕੇ ਜਾਣਾ, ਕਿਉਂਕਿ ਮੈਨੂੰ ਅੰਮੀ ਦਾ ਹੁਕਮ ਆ ਤੇ ਮੈਂ ਲੈ ਕੇ ਜਾਣਾ। ਜਿਹੜਾ ਬਹਿਨੋਈ ਸੀ ਉਹ ਗੁੱਸੇ 'ਚ ਆ ਗਿਆ, ਉਹਨੇ ਸਾਲੇ ਨੂੰ ਫੜਿਆ, ਫੜ ਕੇ ਤੇ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਹੁਣ ਸਾਲੇ ਦੀ ਉਮਰ ਸੀ 22 ਸਾਲ ਤੇ ਬਹਿਨੋਈ ਦੀ ਉਮਰ ਸੀ 29 ਸਾਲ। ਤੇ ਉਹ ਸਾਲਾ ਜਿਹੜਾ ਸੀ ਨਾ, ਖੈਰ ਡਰ ਗਿਆ, ਉਹਨੂੰ ਕਾਫੀ ਮਾਰਿਆ। ਤੇ ਉਧਰੋਂ ਭੈਣ ਵੀ ਕਹਿੰਦੀ ਰਹੀ ਛੱਡ ਦੇ ਨਾ ਮਾਰ, ਲੇਕਿਨ ਕਿੱਥੋਂ ਕੁਛ ਸੁਲੇਮਾਨ ਸੁਣਦਾ ਸੀ। ਤੇ ਜਿਸ ਵੇਲੇ ਉਹਨੂੰ ਚੰਗਾ ਮਾਰਿਆ ਨਾ, ਤੇ ਉਹ ਡਰਦਾ ਮਾਰਾ ਨਾ ਖੈਰ ਨੱਸ ਗਿਆ। ਉਹਨੇ ਕਿਹਾ ਕਿ ਇੱਥੋਂ ਨੱਸੋ, ਜਾਨ ਛਡਾਓ। ਤੇ ਉਹ ਘਰ ਜਿਸ ਵੇਲੇ ਪਹੁੰਚ ਕੇ ਤੇ ਆਪਣੀ ਮਾਂ ਨੂੰ ਸਾਰੀ ਗੱਲਬਾਤ ਦੱਸਦਾ। ਦੂਸਰੀ ਸਾਈਡ ਤੇ ਸੁਲੇਮਾਨ ਹੁਣ ਜਿਹੜਾ ਨਾ ਸ਼ਾਹਦਾ ਨੂੰ ਖਿੱਚ ਕੇ ਤੇ ਅੰਦਰ ਲੈ ਜਾਂਦਾ, ਲਿਜਾ ਕੇ ਤੇ ਸ਼ਾਹਦਾ ਨੂੰ ਨਾ ਚੰਗੀ ਤੌਣੀ ਲਾਉਂਦਾ, ਉਹਦੀਆਂ ਮਾਰ ਕੇ ਨਾ ਡੰਡਿਆਂ ਸੋਟਿਆਂ ਦੇ ਨਾਲ ਲੱਤਾਂ ਤੋੜ ਦਿੱਤੀਆਂ। ਜਿਸ ਵੇਲੇ ਲੱਤਾਂ ਤੋੜਦੀਆਂ, ਸ਼ਾਹਦਾ ਜਿਹੜੀ ਹੈ ਨਾ ਹੁਣ ਡਿੱਗ ਜਾਂਦੀ ਆ। ਜਿਸ ਵੇਲੇ ਡਿੱਗ ਜਾਂਦੀ ਹੈ, ਲੱਤਾਂ ਟੁੱਟ ਗਈਆਂ ਤੇ ਬੇਹੋਸ਼ ਹੋ ਗਈ। ਤੇ ਉਸ ਤੋਂ ਬਾਅਦ ਸੁਲੇਮਾਨ ਜਿਹੜਾ ਸੀ ਨਾ, ਉਹ ਡਰ ਗਿਆ, ਉਹ ਉਥੋਂ ਦੌੜ ਗਿਆ। ਉਸ ਤੋਂ ਬਾਅਦ ਜਿਹੜੀ ਸੱਸ ਸੀ ਹੁਣ ਸ਼ਾਹਦਾ ਦੀ, ਸੁਲੇਮਾਨ ਦੀ ਅੰਮੀ ਕੌਸਰ, ਉਹ ਸਾਰਾ ਬੈਠੀ ਹੈ ਮੰਜ਼ਰ ਦੇਖ ਰਹੀ ਸੀ ਕਾਰਨਾਮਾ। ਉਹਨੇ ਵੇਖਿਆ ਕਿ ਇਹ ਤਾਂ ਕੰਮ ਖਰਾਬ ਹੋ ਜਾਏਗਾ, ਇਹ ਮਰ ਨਾ ਜਾਵੇ। ਉਹਨੇ ਫੌਰਨ 1122 ਨੂੰ ਕਾਲ ਕੀਤੀ। 1122 ਵਾਲੇ ਆਉਂਦੇ ਨੇ ਤੇ ਉਸ ਨੂੰ ਚੁੱਕ ਕੇ ਤੇ ਫੌਰਨ ਹਸਪਤਾਲ ਲੈ ਜਾਂਦੇ ਨੇ। ਜਿਸ ਵੇਲੇ ਡਾਕਟਰ ਵੇਖਦਾ ਵੀ ਦੀਆਂ ਤਾਂ ਲੱਤਾਂ ਟੁੱਟੀਆਂ, ਉਹਨੇ ਕਹਿੰਦਾ ਪੁਲਿਸ ਕੇਸ ਆ। ਫੌਰਨ ਪੁਲਿਸ ਨੂੰ ਬੁਲਾ ਲੈਂਦਾ ਫੋਨ ਕਰਕੇ, ਔਰ ਉਸ ਥਾਣੇ ਦਾ SHO ਗੁਜ਼ਨਫਰ ਭੱਟੀ ਜਿਹੜਾ ਮੌਕੇ ਤੇ ਪਹੁੰਚ ਜਾਂਦਾ, ਪਹੁੰਚ ਕੇ ਵੇਖਦਾ ਔਰ ਬਿਆਨਾਤ ਲੈਂਦਾ। ਜਿਸ ਵੇਲੇ ਸੁਲੇਮਾਨ ਦੀ ਮਾਂ ਨੂੰ ਪੁੱਛਿਆ ਵੀ ਇਹ ਕਿਉਂ ਮਾਰਿਆ, ਕੀ ਵਜ੍ਹਾ? ਉਹਨੇ ਕਿਹਾ ਕੋਈ ਗੱਲ ਨਹੀਂ, ਮੀਆਂ ਬੀਵੀ ਦੇ ਦਰਮਿਆਨ ਤਲਖ ਕਰਾਮੀ ਹੋ ਜਾਂਦੀ ਹੈ, ਲੱਤਾਂ ਤੋੜਦੀਆਂ, ਕੋਈ ਐਸਾ ਮਸਲਾ ਨਹੀਂ ਹੈਗਾ। ਯਾਨੀ ਬਿਆਨ ਤੁਸੀਂ ਦੇਖੋ ਕਿਹੋ ਜਿਹਾ ਦਿੱਤਾ ਕਿ ਇਹ ਕੋਈ ਐਸੀ ਗੱਲ ਨਹੀਂ ਹੈਗੀ, ਉਹਦੀ ਬੀਵੀ ਸੀ, ਲੱਤਾਂ ਟੁੱਟ ਗਈਆਂ, ਠੀਕ ਹੋ ਜਾਏਗੀ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇਹ ਮਜ਼ੀਦ ਕਾਰਵਾਈ ਕਰਦੀ ਆ, ਆਪਣੇ ਸੀਨੀਅਰ SSP ਸ਼ਾਹਜ਼ੇਬ ਨਾਲ ਗੱਲ ਕਰਦੀ ਆ ਵੀ ਇਸ ਤਰ੍ਹਾਂ ਵਾਕਿਆ ਪੇਸ਼ ਆਇਆ ਤੇ ਆਹ ਗੱਲਬਾਤ ਹੋਈ। ਸ਼ਾਹਜ਼ੇਬ ਜਿਹੜਾ SSP ਉਹ ਫੌਰੀ ਆਰਡਰ ਕਰਦਾ ਕਿ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਗ੍ਰਿਫਤਾਰ ਕਰੋ, ਇੱਕ FIR ਦਰਜ ਕਰੋ, ਦੇਖੋ ਕੌਣ ਇਹਦੇ ਵਿੱਚ ਮੁਲੱਵਸ ਆ। ਫਿਰ ਇੱਕ FIR ਦਰਜ ਹੁੰਦੀ ਆ ਜਿਹੜੀ ਸੁਲੇਮਾਨ ਤੇ ਉਹਦੀ ਅੰਮੀ ਕੌਸਰ ਤੇ ਉਹਦੇ ਭਰਾ ਅਮਾਨੁੱਲਾ ਤੇ, ਔਰ 2 ਉਹਨਾਂ ਦੇ ਰਿਸ਼ਤੇਦਾਰ ਹੁੰਦੇ ਨੇ, ਸੁਰਮਤ ਔਰ ਮਨਜ਼ੂਰ। ਇਹਨਾਂ ਦੇ ਉੱਤੇ ਇਹ ਪਰਚਾ ਨਾਮਜ਼ਦ ਕੀਤਾ ਜਾਂਦਾ। ਤੇ ਫਿਰ ਪੁਲਿਸ ਜਿਹੜੀ ਆ ਫੌਰਨ ਜਿਹੜਾ ਅਸਲ ਮੁਜਰਮ ਹੁੰਦਾ ਉਹਨੂੰ ਪਕੜ ਲੈਂਦੀ ਆ, ਸੁਲੇਮਾਨ, ਤੇ ਹੁਣ ਉਹਦੇ ਉੱਤੇ ਪਰਚਾ ਹੋ ਗਿਆ। ਤੇ ਹੁਣ ਇਹ ਜਿਹੜੀ ਆ ਸ਼ਾਹਦਾ ਵਿਚਾਰੀ ਹੁਣ ਹਸਪਤਾਲ 'ਚ ਦਾਖਲ ਆ, ਉਹਦਾ ਇਲਾਜ ਹੋ ਰਿਹਾ। ਤਕਰੀਬਨ ਉਹ 6-7-8 ਮਹੀਨੇ ਲੱਗ ਜਾਣੇ ਆ ਉਹਦੀਆਂ ਲੱਤਾਂ ਠੀਕ ਹੋਣ ਨੂੰ। ਉਸ ਤੋਂ ਬਾਅਦ ਇਸ ਕੇਸ ਦਾ ਕੀ ਬਣਦਾ, ਉਹਨਾਂ ਦੇ ਦਰਮਿਆਨ ਸੁਲ੍ਹਾ ਹੁੰਦੀ ਜਾਂ ਨਹੀਂ ਹੁੰਦੀ, ਇਹ ਸਿਰਫ ਅੱਗ ਤੀਲੀ ਕਿਹਨੇ ਲਾਈ? ਸ਼ਾਹਦਾ ਦੀ ਸੱਸ ਨੇ। ਅਗਰ ਉਹ ਨਾ ਆਪਣੇ ਬੇਟੇ ਨੂੰ ਚੁੱਕਦੀ, ਦੱਸਦੀ ਫੋਨ ਕਰਕੇ, ਇਹ ਵਾਕਿਆ ਜਿਹੜਾ ਪੇਸ਼ ਨਹੀਂ ਸੀ ਹੋਣਾ। ਇਹੋ ਜਿਹੀਆਂ ਸੱਸਾਂ ਤੋਂ ਅੱਲਾਹ ਤਾਲਾ ਬਚਾਏ, ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। अस्सलामु अलैकुम व रहमतुल्लाहि व बरकातहू।